ਕਾਗਦ ਦੀਪ ਸਭ ਕਾਰ ਕੈ ਆਰ ਸਾਤ ਸਮੁੰਦਰਾਂ ਕੀ ਮਾਸ ਕਹਿਉ ਕਾਟ ਬਨਾਸਪਤੀ ਸਗਰੀ ਲਿਖ ਬੇਹੂ ਕੇ ਲਿਖਨ ਕਾਜ ਬਨਹਿਉ ਸਾਰਸਵਤੀ ਬਖਤਾ ਕਾਰ ਕੈ ਜੁਗ ਕੋਟ ਗਣੇਸ਼ ਕੈ ਹਾਥ ਲਖਹਿਉ ਕਾਲ ਕਿਰਪਾਲ ਬਿਨਾ ਬਿਨਤੀ ਨਾ ਤਉ ਤੁਮ ਕਉ ਪ੍ਰਭ ਨੈ ਕਰਜਹਿਉ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ ਬਸੁਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ। ਵਾਹਿਗੁਰੂ ਸਾਹਿਬ ਜੀ। ਆਥ ਪ੍ਰਾਰਥਨਾ ਪੰਚ ਸਲੋਕੀ ਸ੍ਰੀ ਸਰਬ ਲੋਹ ਕਵਚੰ ਸਕਲਾਨ ਬੂਦਰਾਨ ਭਵੰਤ ਕੱਜਲ ਪਾਤਰੰ ਭਵੰਤ ਸਾਗਰਾ ਬ੍ਰਿਖਸ਼ਾਨ ਸਕਲਾਨ ਲੇਖਨਾ ਉਰਬਿਯੰ ਭਵੰਤ ਸਾਗ ਕਾਗਰਾ ਸਕਲਾਨ ਬੂਧਰਾਨ ਭਵੰਤ ਕੱਜਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਬਲੋ ਜੀ ਦਾ ਮਹਾਰਾਜ ਸਾਹਿਬ ਜੀ ਨੇ ਜੋ ਦੀਰਘ ਕਵਚ ਉਚਾਰਨ ਕੀਤਾ ਏ ਉਹ ਆਪ ਜੀ ਨੇ ਸਰਵਣ ਕੀਤਾ ਏ। ਅੱਜ ਮਹਾਰਾਜ ਕਲਗੀਧਰ ਜੀ ਸਰਬਲੋ ਲਘੂ ਕਵਚ ਪੰਜ ਸਲੋਕੀ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਣਗੇ। ਜਿਵੇਂ ਗੁਰੂ ਖਾਲਸਾ ਜੀ ਚੰਡੀ ਦੇ ਮੰਤਰਾਂ ਵਿੱਚ ਬ੍ਰਹਮ ਕਵਚ ਆਦਿਕ ਮੰਤਰ ਨੇ, ਜਿਨ੍ਹਾਂ ਮੰਤਰਾਂ ਦੇ ਵਿੱਚ ਮਾਰਕੰਡੇ ਪੁਰਾਣ ਵਿੱਚ ਚੰਡੀ ਦੇ ਪ੍ਰਗਟ ਹੋਣ ਬਾਬਤ ਲਿਖਿਆ ਹੈ, ਮੰਨਿਆ ਜਾਂਦਾ ਹੈ ਅਤੇ ਇਹ ਮੰਤਰ ਸੰਜੋਵਤ ਜੋ ਉਪਾਸਨਾ ਕਰਦੇ ਨੇ ਚੰਡੀ ਦੀ ਉਹਨਾਂ ਦੀ ਰੱਖਿਆ ਕਰਦੇ ਨੇ। ਮਹਾਰਾਜ ਕਲਗੀਧਰ ਜੀ ਨੇ ਵੀ ਇੱਕ ਬ੍ਰਹਮ ਕਵਚ ਉਚਾਰਨ ਕੀਤਾ ਹੈ ਜਿਹਦੇ ਵਿੱਚ ਮਹਾਰਾਜ ਜੀ ਨੇ ਕਿਰਪਾਨ ਦੇ 32 ਨਾਮ ਲਿਖੇ ਨੇ ਤੇ ਕਿਰਪਾਨ ਨੂੰ ਹੀ ਚੰਡੀ ਮੰਨਿਆ ਤੇ ਪੁਰਾਣੇ ਗੁਰੂ ਕੇ ਸਿੱਖ ਜੰਗਾਂ ਯੁੱਧਾਂ ਦੇ ਵਿੱਚ ਇਹ ਕਵਚ ਪੜ੍ਹਦੇ ਤੇ ਮੁਸਲਮਾਨਾਂ ਵੱਲੋਂ ਜੋ ਕਲਮਾ ਪੜ੍ਹ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਉਹ ਆਪਣਾ ਪ੍ਰਭਾਵ ਦਿਖਾਉਂਦੇ ਸਨ, ਉਹ ਪ੍ਰਭਾਵ ਨੂੰ ਗੁਰੂ ਕੇ ਸਿੰਘ ਬ੍ਰਹਮ ਕਵਚ ਪੜ੍ਹ ਕੇ ਖਤਮ ਕਰਦੇ ਰਹੇ। ਸੰਜੋਵਤ ਬ੍ਰਹਮ ਕਵਚ ਗੁਰੂ ਕੇ ਖਾਲਸੇ ਦੀ ਰੱਖਿਆ ਕਰਦਾ ਰਿਹਾ ਤੇ ਅੱਜ ਵੀ ਗੁਰੂ ਕੇ ਸਿੰਘ ਨਿਤਨੇਮ ਦੇ ਵਿੱਚ ਬ੍ਰਹਮ ਕਵਚ ਦਾ ਪਾਠ ਕਰਦੇ ਨੇ। ਇੱਦਾਂ ਕੋਈ ਵੀ ਮੰਤਰ ਹੋਵੇ ਉਹਦਾ ਪੂਜਿਆ ਦੇਵ ਹੁੰਦਾ ਏ। ਇਹ ਜੋ ਮੰਤਰ ਮਹਾਰਾਜ ਕਲਗੀਧਰ ਜੀ ਲਿਖ ਰਹੇ ਨੇ, ਇਕੱਲਾ ਕੱਲਾ ਸ਼ਲੋਕ ਆਪਣੇ ਆਪ ਵਿੱਚ ਇੱਕ ਮੰਤਰ ਅਖਵਾਉਂਦਾ ਹੈ। ਇਹ ਮੰਤਰਾਂ ਦਾ ਜੋ ਪੂਜਿਆ ਦੇਵ ਹੈ ਉਹ ਸਰਬਲੋ ਭਗਵਾਨ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਿਵੇਂ ਰਾਮ ਕਵਚ ਮੰਤਰ ਦਾ ਜ਼ਿਕਰ ਹੈ, ਰਾਮ ਕਵਚ ਦਾਸ ਕਾ ਸੰਨਾਹੋ,
ਇਸੇ ਤਰ੍ਹਾਂ ਇਹ ਮਹਾਰਾਜ ਸਾਹਿਬ ਜੀ ਸਰਬਲੋਕ ਕਵਚ ਲਿਖਦੇ ਪਏ ਨੇ। ਪਹਿਲਾਂ ਮਹਾਰਾਜ ਸਾਹਿਬ ਜੀ ਨੇ 207 ਸ਼ਲੋਕਾਂ ਦੇ ਵਿੱਚ ਵੱਡਾ ਕਵਚ ਲਿਖਿਆ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿਵੇਂ 5 ਸ਼ਲੋਕੀ ਗੀਤਾ ਪੜ੍ਹੀ ਜਾਂਦੀ ਹੈ, ਇੱਦਾਂ ਹੀ ਮਹਾਰਾਜ ਕਲਗੀਧਰ ਜੀ ਨੇ ਇਹ 5 ਸ਼ਲੋਕੀ ਸਰਬਲੋਕ ਕਵਚ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ ਜਦੋਂ ਕਾਂਸ਼ੀ ਦੇ ਵਿੱਚ ਗਏ ਨੇ ਤੇ ਉੱਥੇ ਗੁਰੂ ਖਾਲਸਾ ਜੀ ਇੱਕ ਗੋਪਾਲ ਦੱਤ ਨਾਮ ਦਾ ਪੰਡਤ ਜਿਹਨੇ ਭਾਰੀ ਵਿਦਿਆ ਪੜ੍ਹੀ ਹੋਈ ਸੀ, ਤੇ ਜਿਹੜਾ ਵੀ ਕਾਂਸ਼ੀ ਵਿੱਚ ਜਾਂਦਾ ਉਹ ਮਹਾਤਮਾ ਨੂੰ ਪੁੱਛਦਾ ਵੀ ਤੁਸੀਂ ਵਿਦਿਆ ਪੜ੍ਹੀ ਹੋ ਕਿ ਨਹੀਂ ਪੜ੍ਹੀ। ਤੇ ਜੇ ਕੋਈ ਮਹਾਂਪੁਰਖ ਕਹਿੰਦਾ ਵੀ ਮੈਂ ਵਿਦਿਆ ਨਹੀਂ ਪੜ੍ਹੀ ਤੇ ਉਹਦੀ ਬੜੀ ਬੇਇੱਜ਼ਤੀ ਕਰਦਾ ਤੇ ਕਾਂਸ਼ੀ ਵਿੱਚੋਂ ਉਹਨੂੰ ਭਜਾ ਦਿੰਦਾ ਸੀ। ਜੇ ਕੋਈ ਕਹਿੰਦਾ ਵੀ ਮੈਂ ਵਿਦਿਆ ਪੜ੍ਹੀ, ਉਹਦੇ ਨਾਲ ਸ਼ਾਸਤਰ ਅਰਥ ਕਰਕੇ ਉਹਨੂੰ ਸਭਾ ਦੇ ਵਿੱਚ ਪਰਾਜਿਤ ਕਰਦਾ, ਉਹਦੇ ਗ੍ਰੰਥ ਖੋਹ ਲੈਂਦਾ ਤੇ ਪੰਡਤ ਵਿਦਵਾਨ ਮਹਾਂਪੁਰਖ ਨੂੰ ਨੰਗਾ ਕਰਕੇ ਤੇ ਭੇਜ ਦਿੰਦਾ ਸੀ। ਗੁਰੂ ਨਾਨਕ ਸਾਹਿਬ ਜੀ ਜਦੋਂ ਗਏ ਤੇ ਇਹ ਗੋਪਾਲ ਦੱਤ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਵੀ ਮੇਰੇ ਨਾਲ ਸ਼ਾਸਤਰੀ ਅਰਥ ਕਰੋ। ਤੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਬੈਠੇ ਸੀ ਉੱਥੇ ਇੱਕ ਮਰਿਆ ਕੁੱਤਾ ਪਿਆ ਸੀ। ਮਹਾਰਾਜ ਸਾਹਿਬ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਵੀ ਸਤਿਨਾਮ ਵਾਹਿਗੁਰੂ ਕਹਿ ਕੇ ਤੇ ਇਹ ਕੁੱਤੇ ਦੇ ਉੱਪਰ ਜਲ ਛਿਣਕ। ਜਦੋਂ ਕੁੱਤਾ ਹੋਸ਼ ਵਿੱਚ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉੱਠ ਕੂਕਰਾ, ਤੇਰਾ ਭਾਈਚਾਰਾ ਆਇਆ ਏ, ਇਹਨਾਂ ਨਾਲ ਸ਼ਾਸਤਰੀ ਅਰਥ ਕਰ। ਉਹ ਕੁੱਤਾ ਬੋਲਣ ਲੱਗ ਪਿਆ, ਗੋਪਾਲ ਦੱਤ ਦੇ ਨਾਲ ਸ਼ਾਸਤਰੀ ਅਰਥ ਕੀਤੇ। ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਗੋਪਾਲ ਦੱਤ ਢਹਿ ਕੇ ਪੈ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਇਹ ਕੂਕਰ ਨੂੰ ਤੁਸਾਂ ਨੇ ਇੰਜ ਕਿਉਂ ਕਿਹਾ ਵੀ ਤੇਰਾ ਭਾਈਚਾਰਾ ਆਇਆ ਏ। ਮਹਾਰਾਜ ਸਾਹਿਬ ਜੀ ਕਹਿੰਦੇ ਕੂਕਰ ਨੂੰ ਹੀ ਪੁੱਛ ਲੈ। ਉਹ ਕੂਕਰ ਕਹਿਣ ਲੱਗਾ ਗੋਪਾਲ ਦੱਤ, ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ, ਜਿਵੇਂ ਤੈਨੂੰ ਵਿਦਿਆ ਦਾ ਗੁਮਾਨ ਹੈ ਮੈਂ ਵੀ ਗੁਮਾਨੀ ਸਾਂ। ਉਹ ਮਹਾਂਪੁਰਖ ਆਇਆ ਸੀ ਤੇ ਮੈਂ ਉਹਨੂੰ ਕਿਹਾ ਸੀ ਵੀ ਤੂੰ ਵਿਦਿਆ ਸੁਣਾ, ਮੈਨੂੰ ਸ਼ਾਸਤਰੀ ਅਰਥ ਕਰ, ਨਹੀਂ ਤੇ ਕਾਂਸ਼ੀ ਦੇ ਵਿੱਚੋਂ ਦੌੜ ਜਾ। ਮੈਂ ਉਹਦੀ ਬੇਇੱਜ਼ਤੀ ਅਪਮਾਨ ਕੀਤਾ ਤੇ ਉਹ ਮਹਾਂਪੁਰਖ ਨੇ ਕਿਹਾ ਸੀ ਵੀ ਕੁੱਤੇ ਵਾਂਗੂ ਭੌਂਕ ਨਾ। ਉਹਦੇ ਬਚਨਾਂ ਕਰਕੇ ਮੈਨੂੰ ਐਸਾ ਸਰਾਪ ਲੱਗਾ ਵੀ ਕੂਕਰ ਦੀ ਜੂਨ ਵਿੱਚ ਮੈਂ ਪਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਮੇਰਾ ਉਧਾਰ ਕੀਤਾ ਏ। ਫਿਰ ਗੋਪਾਲ ਦੱਤ ਤੇ ਬਿਸ਼ਨ ਦੱਤ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਕੋਈ ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਨੂੰ ਸੁਣ ਕਰਕੇ ਸਾਡੇ ਮਨ ਨੂੰ ਸ਼ਾਂਤੀ ਆ ਜਾਵੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸੰਸਕ੍ਰਿਤ ਦੇ 5 ਸ਼ਲੋਕ ਪੜ੍ਹ ਪੁਸਤਕ ਸੰਧਿਆ ਬਾਦਨ, ਇਹ ਆਸਾ ਜੀ ਦੀ ਵਾਰ ਵਿੱਚ ਵੀ ਆਉਂਦੇ ਨੇ ਤੇ ਸ਼ਲੋਕ ਸਹਿਸਕ੍ਰਿਤੀ ਦੇ ਪ੍ਰਾਰੰਭ ਵਿੱਚ ਵੀ 5ਵੇਂ ਪਾਤਸ਼ਾਹ ਜੀ ਨੇ ਲਿਖੇ ਨੇ। ਇਹ ਮਹਾਰਾਜ ਨੇ ਪਾਵਨ ਉਪਦੇਸ਼ ਦਿੱਤਾ ਸੀ। 5 ਸ਼ਲੋਕੀ ਗੀਤਾ ਕਰਕੇ ਗੁਰੂ ਕੇ ਸਿੱਖ ਇਹਨਾਂ ਸ਼ਲੋਕਾਂ ਨੂੰ ਪੜ੍ਹਦੇ ਸੁਣਦੇ ਨੇ। ਇੱਦਾਂ ਹੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਜਾਣ ਕਰਕੇ 5 ਸ਼ਲੋਕਾਂ ਵਾਲੀ ਤੇ ਮਹਾਰਾਜ ਨੇ ਇਹ 5 ਸ਼ਲੋਕੀ ਸ਼੍ਰੀ ਸਰਬਲੋਕ ਕਵਚ ਲਿਖਿਆ ਹੈ। ਇਹ ਕਵਚ ਦਾ ਪਾਠ ਪੁਰਾਣੇ ਗੁਰੂ ਕੇ ਸਿੱਖ ਨਿਤਨੇਮ ਦੇ ਨਾਲ ਪੜ੍ਹਦੇ ਸਨ, ਕਰਦੇ ਸਨ ਤੇ ਸਰਬਲੋਕ ਭਗਵਾਨ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਸਨ। ਅਕਾਲ ਪੁਰਖ ਕੀ ਰੱਛਾ ਹਮਨੈ, ਸਰਬਲੋਕ ਦੀ ਰੱਛਿਆ ਹਮਨੈ, ਸਰਬ ਕਾਲ ਜੀ ਦੀ ਰੱਛਿਆ ਹਮਨੈ, ਸਰਬਲੋਕ ਜੀ ਦੀ ਸਦਾ ਰੱਛਿਆ ਹਮਨੈ। ਇਹ ਸਰਬਲੋਕ ਬੀਜ ਮੰਤਰ ਹੈ।
ਸਰਬਲੋ ਪ੍ਰਕਾਸ਼ ਗ੍ਰੰਥ ਦਾ ਜੋ ਬੀਜ ਮੰਤਰ ਹੈ, ਇਹ 4 ਤੁਕਾਂ ਨੇ। ਅੱਗੇ ਨਾ ਬਾਬਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਹ ਗੁਰਬਾਣੀ ਵਿੱਚ ਹੀ ਦੱਸਣਗੇ। ਇਹ 4 ਤੁਕਾਂ ਸਰਬਲੋ ਗ੍ਰੰਥ ਦਾ ਬੀਜ ਮੰਤਰ ਹੈ। ਸਰਬਲੋ ਸਤੋਤਰ ਗੁਰੂ ਖਾਲਸਾ ਜੀ ਆਪ ਗੁਰੂ ਕੇ ਸਿੱਖ ਸੰਗਤਾਂ ਨੇ ਪਿੱਛੇ ਸਰਵਣ ਕਰ ਲਿਆ ਹੈ। ਇਹ ਸਰਬਲੋ ਕਵਚ ਹੈ। ਇਹ ਪੁਰਾਣੇ ਗੁਰੂ ਕੇ ਸਿੱਖ ਨਿਤਨੇਮ ਕਰਦੇ ਸਨ। ਮਹਾਰਾਜ ਅੱਗੇ ਦੱਸਣਗੇ, ਅਕਾਲ ਉਸਤਤ ਕੇ ਆਦ ਸ਼ਲੋਕ ਜੀ, ਸ੍ਰੀ ਸਰਬਲੋਹ ਕੀ ਰਛਿਆ, ਮਹਾਕਾਲ ਅਕਾਲ ਪੁਰਖ ਜੀ, ਏਕ ਜੋਤ ਸੁਭ ਦਿਛਿਆ, ਬੀਜ ਪਖਿਆਨ ਮੰਤਰ ਭਾਖਾ ਕਰ, ਅਵਤਾਰ ਪ੍ਰਸੰਗ ਸਮੀਛਿਆ, ਮੂਲ ਟੀਕਾ ਏ ਦੋ ਮਥ ਕਰ, ਬਦਿਓ ਪ੍ਰਾਨ ਪ੍ਰਿਛਿਆ। ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ 432 ਅੰਗ ਤੇ ਜਾ ਕੇ ਕਥਾ ਸਰਵਣ ਕਰਵਾਉਣਗੇ। ਤੋ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਹ 5 ਸ਼ਲੋਕੀ ਸਰਬਲੋ ਕਵਚ ਆਪ ਗੁਰੂ ਕੇ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਪਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਨ ਨਾ ਜਾਏ। ਇਹ ਸ਼ਲੋਕ ਆਉਂਦਾ ਏ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਜੀ ਕਹਿੰਦੇ ਨੇ ਵੀ 7 ਸਮੁੰਦਰਾਂ ਨੂੰ ਸਿਆਹੀ ਬਣਾ ਲਿਆ ਜਾਏ, ਤੇ ਜਿੰਨੀ ਬਨਸਪਤੀ ਹੈ ਇਹਨੂੰ ਕਲਮ ਬਣਾ ਲਿਆ ਜਾਏ, ਤੇ ਜਿੰਨੀ ਧਰਤੀ ਹੈ ਇਹਨੂੰ ਕਾਗਜ਼ ਮੰਨ ਲਿਆ ਜਾਏ, ਤੇ ਗਣੇਸ਼ ਨੂੰ ਕਹੀਏ, ਸੁਰਸਤੀ ਨੂੰ ਕਹੀਏ ਵੀ ਅਕਾਲ ਪੁਰਖ ਪਰਮੇਸ਼ਰ ਦਾ ਜਸ ਲਿਖ, ਤੇ 7 ਸਮੁੰਦਰਾਂ ਦੀ ਸਿਆਹੀ ਮੁੱਕ ਜਾਏਗੀ, ਬਨਸਪਤੀ ਦੀਆਂ ਕਲਮਾਂ ਘਸ ਜਾਣਗੀਆਂ, ਧਰਤੀ ਰੂਪ ਕਾਗਜ਼ ਮੁੱਕ ਜਾਏਗਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਪੂਰਨ ਜਸ ਨਹੀਂ ਲਿਖਿਆ ਜਾਏਗਾ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਸ ਬੇਅੰਤ ਹੈ। ਇੱਦਾਂ ਹੀ 10ਵੇਂ ਪਾਤਸ਼ਾਹ ਜੀ ਨੇ ਇਹ ਸਵਈਆ 2 ਵਾਰ ਲਿਖਿਆ ਹੈ। ਇੱਕ ਵਾਰ ਬਚਿੱਤਰ ਨਾਟਕ 'ਚ ਆਉਂਦਾ ਏ, ਇੱਕ ਵਾਰ ਇਹ ਚਰਿਤ੍ਰੋ ਪਖਿਆਨ ਦੇ ਵਿੱਚ ਆਉਂਦਾ ਏ। ਕਾਗਦ ਦੀਪ ਸਭੈ ਕਰ ਕੈ, ਅਰ ਸਾਤ ਸਮੁੰਦਰਨ ਕੀ ਮਸ ਕਹਿ ਹੋਂ, ਕਾਟ ਬਨਾਸਪਤੀ ਸਗਰੀ, ਲਿਖਵੇ ਹੂੰ ਕੇ ਲੇਖਨ ਕਾਜ ਬਨੈ ਹੋਂ, ਸਾਰਸਵਤੀ ਬਖਤਾ ਕਰ ਕੈ, ਜੁਗ ਕੋਟ ਗਣੇਸ਼ ਕੈ ਹਾਥ ਲਖੈ ਹੋਂ, ਕਾਲ ਕਿਰਪਾਲ ਬਿਨਾ ਬਿਨਤੀ, ਨਾ ਤਉ ਤੁਮ ਕੋ ਪ੍ਰਭ ਨੈਕ ਰਜੈ ਹੋਂ। ਇਹ ਗੁਰੂ ਖਾਲਸਾ ਜੀ ਇੱਕ ਵਾਰ ਅਸਪੋਟਕ ਕਵਿਤਾਂ ਦੇ ਵਿੱਚ ਵੀ ਇਹ ਸਵਈਆ ਆਉਂਦਾ ਏ। ਸੋ ਸੱਚੇ ਪਾਤਸ਼ਾਹ ਜੀ ਇਹੀ ਭਾਵ ਲੈ ਕਰਕੇ ਤੇ ਜੋ ਇਹ 5 ਸ਼ਲੋਕੀ ਸਰਬਲੋ ਕਵਚ ਹੈ, ਇਹਦੇ ਵਿੱਚ ਮਹਾਰਾਜ ਸਾਹਿਬ ਜੀ ਪਰਮੇਸ਼ਰ ਦੀ ਉਸਤਤ ਕਰਕੇ ਤੇ ਪਰਮੇਸ਼ਰ ਦੀ ਸ਼ਰਨ, ਪਰਮੇਸ਼ਰ ਦੇ ਕੋਲੋਂ ਰੱਖਿਆ, ਸਰਬਲੋ ਭਗਵਾਨ ਦੀ ਖੁਸ਼ੀ, ਸਰਬਲੋ ਭਗਵਾਨ ਦੇ ਕੋਲੋਂ ਰਕਸ਼ਾ ਦੀ ਮੰਗ ਕਰਨਗੇ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰੀਏ, ਰਸਨਾ ਨੂੰ ਪਾਵਨ ਕਰਨ ਲਈ, ਸੁਰ ਤੇ ਬਿਰਤੀ ਨੂੰ ਇਕਾਗਰ ਕਰਨ ਲਈ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਪ੍ਰਾਰਥਨਾ ਪੰਚ ਸ਼ਲੋਕੀ ਸ੍ਰੀ ਸਰਬਲੋਹ ਕਵਚੰ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਹੁਣ ਮੈਂ ਪ੍ਰਾਰਥਨਾ ਕਰਦਾ ਹਾਂ। ਪ੍ਰਾਰਥਨਾ ਦਾ ਮੀਨਿੰਗ ਹੁੰਦਾ ਏ ਅਰਦਾਸ। ਅਥ ਮੀਨਿੰਗ ਹੁਣ ਮੈਂ ਅਰਦਾਸ ਕਰਦਾ ਹਾਂ। ਪੰਜ ਸ਼ਲੋਕੀ 5 ਸ਼ਲੋਕਾਂ ਦੇ ਵਿੱਚ ਜਾਂ 5 ਸ਼ਲੋਕੀ ਸ੍ਰੀ ਸਰਬਲੋ ਕਵਚੰ, 5 ਸ਼ਲੋਕਾਂ ਵਾਲਾ ਸ੍ਰੀ ਸਰਬਲੋ ਕਵਚ ਕਹਿ ਕਰਕੇ ਤੇ ਹੁਣ ਮੈਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ। ਪ੍ਰਾਤਨ ਬੀੜਾਂ ਦੇ ਵਿੱਚ ਪ੍ਰਾਰਥਨਾ ਤੇ ਵੀ ਡੰਡੇ ਨੇ ਤੇ ਸ਼ਲੋਕੀ ਤੇ ਵੀ ਡੰਡੇ ਨੇ, ਤੇ ਇਸ ਤਰੀਕੇ ਦੇ ਨਾਲ
ਪ੍ਰਾਤਨ ਬੀੜਾਂ ਵਿੱਚ ਇਹ ਪਾਠ ਲਿਖਿਆ ਹੋਇਆ ਮਿਲਦਾ ਹੈ। ਸਕਲਾਨ ਬੂਦਰਾਨ ਬਵੰਤ ਕੱਜਲ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਬੂਦਰਾਨ ਦਾ ਅਰਥ ਹੁੰਦਾ ਏ ਪਹਾੜ, ਤੇ ਸਕਲਾਨ ਦਾ ਅਰਥ ਹੈ ਸਾਰੇ ਹੀ, ਤੇ ਬਵੰਤ ਦਾ ਮੈਨਾ ਇਹ ਹੋਣ। ਤੇ ਜਿੰਨੇ ਵੀ ਪਹਾੜ ਨੇ ਜੇ ਸਾਰੇ ਕੱਜਲ ਦਾ ਰੂਪ ਧਾਰਨ ਕਰ ਲੈਣ। ਕੱਜਲ ਗੁਰੂ ਖਾਲਸਾ ਜੀ ਸੁਰਮੇ ਨੂੰ ਕਹਿੰਦੇ ਨੇ, ਤੇ ਸੁਰਮਾ ਕਾਲਾ ਹੁੰਦਾ ਏ, ਇਸ ਲਈ ਕੱਜਲ ਦਾ ਅਰਥ ਛਿਆਈ ਕਰਨਾ ਹੈ। ਜੇ ਸਾਰੇ ਹੀ ਪਹਾੜ ਛਿਆਈ ਬਣ ਜਾਣ। ਪਾਤਰੰ ਬਵੰਤ ਸਾਗਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਐ ਵੀ ਜਿਹੜਾ ਕੱਜਲ ਹੁੰਦਾ ਇਹ ਛਿਆਈ ਹੁੰਦੀ ਹੈ, ਉਹ ਪਾਣੀ ਪਾ ਕੇ ਨਾ ਕਿਸੇ ਭਾਂਡੇ ਦੇ ਵਿੱਚ, ਤੇ ਉਹਦੇ ਵਿੱਚ ਮਿਲਾ ਕੇ ਤੇ ਲਿਖਣ ਵਾਸਤੇ ਛਿਆਈ ਬਣਾਈ ਜਾਂਦੀ ਹੈ। ਕੱਜਲ ਨੂੰ ਭਾਂਡੇ ਵਿੱਚ ਪਾਇਆ ਜਾਂਦਾ ਏ, ਤੇ ਵਿੱਚ ਪਾਣੀ ਪਾਇਆ ਜਾਂਦਾ, ਫਿਰ ਘੋਲ ਕੇ ਛਿਆਈ ਬਣਾਈ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜੇ 7 ਸਮੁੰਦਰ ਨੇ ਜੇ ਪਾਤਰੰਗ ਭਾਂਡਾ ਬਵੰਤ ਮੈਨੇ ਹੋ ਜਾਣ, ਭਾਂਡੇ ਦਾ ਰੂਪ ਹੋ ਜਾਣ, ਜਿਵੇਂ ਪਾਣੀ ਵਾਲਾ ਭਾਂਡਾ ਹੁੰਦਾ ਏ, ਇਦਾਂ ਛਿਆਈ ਤਿਆਰ ਹੋ ਜਾਵੇ। ਬ੍ਰਿਖਸ਼ਾਨ ਸਕਲਾਨ ਲੇਖਨਾ। ਹਾਂ, ਜਿੰਨੇ ਵੀ ਬ੍ਰਿਖਸ਼ ਨੇ, ਰੁੱਖ ਨੇ, ਬਨਸਪਤੀ ਹੈ, ਇਹ ਲੇਖਨਾ ਕਲਮ ਦਾ ਰੂਪ ਧਾਰ ਲੈਣ। ਸਕਲਾਨ ਮੈਨੇ ਸਾਰੇ ਹੀ ਇਹ ਕਲਮਾਂ ਬਣ ਜਾਣ। ਉਰਬਿਯੰ ਬਵੰਤ ਕਾਗਰਾ। ਹਾਂ, ਉਰਬਿਯੰ ਮੈਨੇ ਧਰਤੀਆਂ, ਕੋਈ ਤਾਂਬੇ ਦੀ ਧਰਤੀ ਹੈ, ਕੋਈ ਸੋਨੇ ਦੀ, ਕੋਈ ਮਿੱਟੀ ਦੀ, ਕੋਈ ਕਾਲੀ, ਕੋਈ ਲਾਲ, ਤੋ ਜਿੰਨੀਆਂ ਵੀ ਧਰਤੀਆਂ ਨੇ ਜੇ ਸਾਰੀਆਂ ਧਰਤੀਆਂ ਕਾਗਰਾ ਮੈਨੇ ਕਾਗਜ਼, ਤੇ ਬਵੰਤ ਮੈਨੇ ਹੋ ਜਾਣ। ਸਰਸਵਤੀ ਆਦ ਬਵੰਤ ਬਗਤਾ। ਹਾਂ, ਸਰਸਵਤੀ ਆਦਿਕ ਜਿੰਨੇ ਵੀ ਵਿਦਿਆ ਦੇ ਦੇਵਤੇ ਨੇ, ਗਣੇਸ਼ ਜੀ ਹੈ, ਸਰਸਵਤੀ ਹੈ, ਇਹ ਦੋਨੋਂ ਹੀ ਬਵੰਤ ਮੈਨੇ ਹੋ ਜਾਣ। ਬਗਤਾ ਮੈਨੇ ਬੋਲਣ ਵਾਲੇ, ਪਰਮੇਸ਼ਰ ਦਾ ਜਸ ਬੋਲਣ ਵਾਲੇ ਜੇ ਇਹ ਬਣ ਜਾਣ। ਲੇਖਕੰ ਭਵੰਤ ਗਜਾਨਨః। ਹਾਂ, ਗਜਾਨਨ ਕਹਿੰਦੇ ਨੇ ਗਜ ਆਨਨ, ਜਿਹਦਾ ਹਾਥੀ ਵਰਗਾ ਮੂੰਹ ਹੈ, ਭਾਵ ਗਣੇਸ਼। ਜੇ ਗਣੇਸ਼ ਲੇਖਕੰ ਮੈਨੇ ਲਿਖਾਰੀ, ਭਵੰਤ ਮੈਨੇ ਹੋ ਜਾਵੇ, ਇਹ ਲਿਖਾਰੀ ਬਣ ਜਾਵੇ। ਤਦਿਪ ਮਹਾਤਮ ਨਾ ਜਾਣੰਤ ਰੋਮੰ। ਹਾਂ, ਤਾਂ ਵੀ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਤੇਰੇ ਸਰੀਰ ਦੇ ਉੱਪਰ ਜਿਹੜਾ ਇੱਕ ਵਾਲ ਹੈ ਨਾ, ਉਹਦਾ ਵੀ ਮਹਾਤਮ ਇਹ ਸਾਰੇ ਮਿਲ ਕੇ ਜਾਣ ਨਹੀਂ ਸਕਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰਬਲੋ ਭਗਵਾਨ ਤੇਰੀ ਏਡੀ ਵੱਡੀ ਵਡਿਆਈ ਹੈ। ਤਵ ਮਹਿਮਾ ਬੇਅੰਤ ਨਾਥੰ। ਹਾਂ, ਤੇਰੀ ਮਹਿਮਾ ਬੇਅੰਤ ਹੈ। ਨਾਥੰ ਮੈਨੇ ਮਾਲਕ, ਤੇ ਤੇਰੀ ਮਹਿਮਾ ਅੰਤ ਤੋਂ ਰਹਿਤ ਹੈ। ਤੂੰ ਏਡਾ ਵੱਡਾ ਹੈ। ਗੁਰੂ ਖਾਲਸਾ ਜੀ ਗੁਰਮੁਖੀ ਲਿਪੀ ਦੇ ਲਿਹਾਜ਼ ਨਾਲ ਇਹ ਉਚਾਰਨ ਸਕਲਾਨ ਬੂਦਰਾਨ ਭਵੰਤ, ਇਸੇ ਤਰ੍ਹਾਂ ਭਵੰਤ ਸਕਲਾਨ ਇਸੇ ਤਰੀਕੇ ਨਾਲ ਹੀ ਉਚਾਰਨ ਕੀਤੇ ਜਾਂਦੇ ਨੇ। ਸੰਸਕ੍ਰਿਤ ਦੇ ਲਿਹਾਜ਼ ਨਾਲ ਜੋ ਨੰਨੇ ਨੂੰ ਤੱਤੇ ਨੂੰ ਸਿਹਾਰੀਆਂ ਨੇ, ਸਕਲਾਨੀ ਬੂਦਰਾਨੀ ਭਵੰਤੀ ਕੱਜਲ ਪਾਤਰੰ ਭਵੰਤੀ ਸਾਗਰਾ ਬ੍ਰਿਖਸ਼ਾਨ ਸਕਲਾਨੀ ਲੇਖਨਾ ਉਰਬੀਯੰ ਭਵੰਤੀ ਕਾਗਰਾ। ਇਸ ਤਰੀਕੇ ਦੇ ਨਾਲ ਜਿਵੇਂ ਅੱਧੀ ਬਿਹਾਰੀ ਦਾ ਉਚਾਰਨ ਹੁੰਦਾ ਹੈ ਨਾ, ਇਦਾਂ ਕੀਤਾ ਜਾਂਦਾ ਹੈ। ਜਦੋਂ ਗੁਰੂ ਖਾਲਸਾ ਜੀ ਕਿਸੇ ਸੰਸਕ੍ਰਿਤ ਦੇ ਵਿਦਵਾਨ ਨੂੰ ਸੁਣਾਉਣਾ ਹੋਵੇ ਕਵਚ, ਉਦੋਂ ਤੇ ਸੰਸਕ੍ਰਿਤ ਅਨੁਸਾਰ ਭਾਵੇਂ ਉਚਾਰਨ ਕਰ ਲਿਆ ਜਾਵੇ, ਤੇ ਆਮ ਜਦੋਂ ਗੁਰਮੁਖੀ ਲਿਪੀ ਵਾਤ ਪੜ੍ਹਨਾ ਹੈ ਤੇ ਉਹ ਗੁਰੂ ਖਾਲਸਾ ਜੀ ਗੁਰਮੁਖੀ ਲਿਪੀ ਦੇ ਅਨੁਸਾਰ ਹੀ ਇਹਦਾ ਉਚਾਰਨ ਕਰਨਾ ਚਾਹੀਦਾ ਹੈ। ਤੇ ਭਵੰਤ ਨੂੰ ਭਾਵੇਂ ਹਿੰਦੀ ਵਾਲਾ ਭਵੰਤ ਕਰਕੇ ਪੜ੍ਹ ਲਿਆ ਜਾਵੇ। ਦੂਜਾ ਗੁਰੂ ਖਾਲਸਾ ਜੀ ਜਿਵੇਂ ਗਜਾਨਨਹ ਪਿੱਛੇ ਹਾਹਾ ਆਉਂਦਾ ਏ, ਆਮ ਗੁਰੂ ਖਾਲਸਾ ਜੀ
ਇਹ ਜੋ ਹਾਹਾ ਮੁਕਤਾ ਹੁੰਦਾ ਏ, ਇਹ ਹਾਹੇ ਨੂੰ ਜਿਹੜੀ ਸਿਹਾਰੀ ਲੱਗੀ ਹੁੰਦੀ ਹੈ ਉਹਦੇ ਵਾਂਗ ਉਚਾਰਨ ਕੀਤਾ ਜਾਂਦਾ ਏ। ਜਿਵੇਂ ਨੰਨਾ ਤੇ ਹਾਹਾ ਨਹ, ਤੇ ਆਮ ਗੁਰਬਾਣੀ ਵਿੱਚ ਜਾਂ ਆਮ ਪੰਜਾਬੀ ਗੁਰਮੁਖੀ ਬੋਲੀ ਵਿੱਚ ਨੰਨਾ ਤੇ ਹਾਹਾ ਨਹਿ ਕਰਕੇ ਪੜ੍ਹਿਆ ਜਾਂਦਾ ਏ। ਜਿੱਥੇ ਦੇ ਗੁਰੂ ਖਾਲਸਾ ਜੀ ਆਮ ਰਲੀ ਮਿਲੀ ਬ੍ਰਜ ਬੋਲੀ ਹੋਵੇ, ਉੱਥੇ ਜਿਹੜਾ ਹਾਹਾ ਏ ਉਹ ਸਿਹਾਰੀ ਬਾਤੀ ਪੜ੍ਹਿਆ ਜਾਂਦਾ ਏ। ਇਹ ਗੁਰੂ ਖਾਲਸਾ ਜੀ ਗੁਰਮੁਖੀ ਲਿਪੀ ਦਾ ਪ੍ਰਭਾਵ ਬ੍ਰਿਜ ਬੋਲੀ ਤੇ ਪੈ ਜਾਂਦਾ ਏ। ਜਿੱਥੇ ਪਿਓਰ ਸੰਸਕ੍ਰਿਤ ਹੋਵੇ, ਜਿਵੇਂ ਹੁਣ ਇਹ ਸੰਸਕ੍ਰਿਤ ਚੱਲ ਰਹੀ ਹੈ, ਇੱਥੇ ਹਾਹਾ ਮੁਕਤਾ ਹੀ ਬੋਲਣਾ ਚਾਹੀਦਾ ਏ। ਫਾਰਸੀ ਦੇ ਗ੍ਰੰਥਾਂ ਵਿੱਚ ਵੀ ਹਾਹਾ ਮੁਕਤਾ ਹੀ ਪੜ੍ਹਨਾ ਚਾਹੀਦਾ ਏ, ਜਾਂ ਹਾਹਾ ਕੰਨੇ ਵਾਂਗੂ ਲਾਂ ਵਾਂਗੂ ਪੜ੍ਹਿਆ ਜਾ ਸਕਦਾ ਏ। ਇਹ ਗੁਰੂ ਖਾਲਸਾ ਜੀ ਫਾਰਸੀ ਬੋਲੀ ਦੀ ਵੱਖਰੀ ਵਿਆਕਰਨ ਹੈ, ਤੇ ਸੰਸਕ੍ਰਿਤ ਬੋਲੀ ਅਨੁਸਾਰ ਹਾਹਾ ਜਿਹੜਾ ਨਮਹ ਇਸੇ ਤਰੀਕੇ ਨਾਲ ਹੀ ਬੋਲਦਾ ਏ। ਸੁਖਮਣੀ ਸਾਹਿਬ ਦੇ ਵਿੱਚ ਜਿਵੇਂ ਮਹਾਰਾਜ ਸਾਹਿਬ ਜੀ ਨੇ ਗੁਰਮੁਖੀ ਲਿਪੀ ਨੂੰ ਪ੍ਰਧਾਨਤਾ ਦੇ ਕੇ ਤੇ ਰਲੀ ਮਿਲੀ ਭਾਸ਼ਾ ਵਿੱਚ ਮਹਾਰਾਜ ਨੇ ਸੁਖਮਣੀ ਸਾਹਿਬ ਦੀ ਬਾਣੀ ਲਿਖੀ ਹੈ, ਉੱਥੇ ਨਮਹ ਇਦਾਂ ਹੀ ਉਚਾਰਨ ਕੀਤਾ ਜਾਂਦਾ ਹੈ। ਇਹ ਗੁਰੂ ਖਾਲਸਾ ਜੀ ਉਚਾਰਨ ਦੇ ਸੰਬੰਧ ਵਿੱਚ ਬੇਨਤੀ ਸੀ, ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਵਿਦ ਭਾਵ ਸ਼ੇਸ ਨਾਰਦਾਦ ਸਾਰਦ। ਮਹਾਰਾਜ ਕਲਗੀਧਰ ਜੀ ਕਹਿੰਦੇ ਵਿਦ ਬ੍ਰਹਮਾ, ਜਿਨੇ ਵਿਧੀ ਪੂਰਵਕ ਸੰਸਾਰ ਦੀ ਰਚਨਾ ਕੀਤੀ ਹੈ, ਤੇ ਭਾਵ ਨਾਮ ਸ਼ਿਵ ਦਾ ਏ, ਸ਼ੇਸ ਨਾਮ ਸ਼ੇਸ਼ ਨਾਗ ਦਾ ਏ, ਤੇ ਨਾਰਦ ਆਦਿਕ ਸਰਸਤੀ ਆਦਿਕ। ਕਥੰਤ ਮਹਿਮਾ ਨਾ ਪਾਵੰਤ ਪਾਰੰ। ਹਾਂ, ਸਾਰੇ ਮਿਲ ਕੇ ਤੇਰੀ ਮਹਿਮਾ ਨੂੰ ਕਹਿੰਦੇ ਨੇ, ਇਹ ਸਰਬਲੋ ਭਗਵਾਨ, ਪਰ ਤੇਰੀ ਮਹਿਮਾ ਦਾ ਕਿਸੇ ਕੋਲੋਂ ਵੀ ਪਾਰ ਨਹੀਂ ਪਾਇਆ ਗਿਆ। ਨੇਤ ਨੇਤ ਬਦੰਤ ਨਿਤਯੰ। ਬਦੰਤ ਮੈਨੇ ਕਹਿੰਦੇ ਨੇ, ਤੇ ਤੈਨੂੰ ਨਿਤਯੰ ਕਹਿੰਦੇ ਨੇ। ਹੇ ਨਿਤਯ ਸਰੂਪ ਸਰਬਲੋ ਭਗਵਾਨ, ਤੈਨੂੰ ਨੇਤ ਨੇਤ ਨਾ ਇਤੀ ਨਹੀਂ ਤੇਰਾ ਅੰਤ ਪਾਇਆ ਜਾਂਦਾ, ਨਹੀਂ ਤੇਰਾ ਅੰਤ ਪਾਇਆ ਜਾਂਦਾ। ਇਸ ਤਰੀਕੇ ਨਾਲ ਸਾਰੇ ਤੈਨੂੰ ਕਹਿੰਦੇ ਪਏ ਨੇ। ਨਾ ਲਹੰਤ ਅੰਤ ਅਨੰਤ ਸਾਰੰ। ਹਾਂ, ਹੇ ਅਨੰਤ ਤੇ ਸਾਰੰਗ ਕਹੀਏ ਸ਼ੁੱਧ ਸਰੂਪ, ਸ੍ਰੇਸ਼ਟ ਸਰੂਪ, ਅਰਕ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਤੇਰੇ ਅੰਤ ਨੂੰ ਲਹੰਤ ਮੈਨੇ ਨਹੀਂ ਜਾਣਿਆ ਕਿਸੇ ਨੇ ਵੀ, ਤੈਨੂੰ ਬੇਅੰਤ ਕਰਕੇ ਹੀ ਕਿਹਾ ਹੈ। ਰਿਸ ਗਨਾ ਮੁਨਵਰਾਦ ਪੁੰਗਵ। ਪੁੰਗਵ ਮੈਨੇ ਉੱਤਮ ਸਾਰੇ ਜਿੰਨੇ ਵੀ ਰਿਸ਼ੀ ਗਣ ਨੇ ਤੇ ਮੁਨਵਰ ਮੁਨੀ ਆਦਿਕ ਨੇ, ਉਹ ਸਾਰੇ ਹੀ ਤੈਨੂੰ ਧਿਆਉਂਦੇ ਪਏ ਹਨ। ਸ਼ਰੁਤ ਸ਼ਾਸਤਰਾਦ ਨਿਗਮੰ ਪੁਰਾਣੰ। ਹਾਂ, ਸ਼ਰੁਤ ਵੇਦ ਉਚਾਰ ਕਰਕੇ, ਸ਼ਾਸਤਰ ਆਦਿਕ ਉਚਾਰ ਕੇ, ਪੁਰਾਣਾਂ ਦੇ ਅਨੁਸਾਰ, ਨਿਗਮਾਂ ਦੇ ਅਨੁਸਾਰ, ਪੁੰਗੋ ਮੈਨੇ ਸਾਰੇ ਹੀ ਰਿਸ਼ੀ ਗਣ ਮੁਨੀਵਰ ਤੈਨੂੰ ਧਿਆਉਂਦੇ ਪਏ ਨੇ, ਗਾਉਂਦੇ ਪਏ ਨੇ। ਸਵ ਛੰਦ ਗਾਥਾ। ਹਾਂ, ਤੇਰੀ ਮਹਿਮਾ ਨੂੰ ਛੰਦਬੰਦ ਵੀ ਗਾਉਂਦੇ ਨੇ, ਤੇ ਤੇਰੀ ਮਹਿਮਾ ਨੂੰ ਸਵ ਛੰਦ ਵੀ ਗਾਉਂਦੇ ਨੇ। ਗਾਥਾ ਮੈਨੇ ਇਤਿਹਾਸ, ਤੇਰੀ ਵਡਿਆਈ, ਤੇਰੀ ਕਥਾ ਨੂੰ ਛੰਦਬੱਧ ਹੋ ਕੇ ਵੀ ਗਾਉਂਦੇ ਨੇ, ਤੇ ਸਵ ਛੰਦ ਹੋ ਕੇ ਵੀ ਗਾਉਂਦੇ ਨੇ। ਕਿਉਂਕਿ ਦੋ ਤਰੀਕੇ ਦੇ ਨਾਲ ਕਥਾ ਗੁਰੂ ਖਾਲਸਾ ਜੀ ਲਿਖੀ ਜਾਂਦੀ ਤੇ ਪੜ੍ਹੀ ਜਾਂਦੀ ਹੈ। ਉਹਨੂੰ ਵਿਦਵਾਨ ਗਦ ਤੇ ਪਦ ਵੀ ਕਹਿੰਦੇ ਨੇ, ਤੇ ਨਾਮ ਛੰਦਬੱਧ ਤੇ ਛੰਦ ਸਵ ਛੰਦ ਵੀ ਹੈ। ਸਵ ਛੰਦ ਕਹਿੰਦੇ ਨੇ ਜੋ ਛੰਦਾਂ ਤੋਂ ਸੁਤੰਤਰ ਹੋਵੇ, ਭਾਵ ਸਿੱਧੀ ਲਿਖੀ ਹੋਵੇ, ਜਿਵੇਂ ਗੁਰੂ ਖਾਲਸਾ ਜੀ ਵਾਰਤਕ ਲਿਖਿਆ ਹੁੰਦਾ ਹੈ। ਤੇ ਛੰਦਬੱਧ ਉਹਨੂੰ ਕਹਿੰਦੇ ਨੇ ਜੋ ਛੰਦ ਸ਼ਾਸਤਰ ਦੇ ਨਿਯਮਾਂ ਅਨੁਸਾਰ ਲਿਖੀ ਗਈ ਗਾਥਾ ਹੋਵੇ, ਉਹਨੂੰ ਛੰਦਬੱਧ ਕਹਿੰਦੇ ਨੇ। ਤੇਰੀ ਮਹਿਮਾ ਨੂੰ ਰਿਸ਼ੀ ਗਾਨ ਛੰਦ ਸ਼ਾਸਤਰ ਦੇ ਅਨੁਸਾਰ ਵੀ ਗਾਉਂਦੇ ਨੇ, ਤੇ ਤੇਰੀ ਕਥਾ ਨੂੰ
ਛੰਦਾਂ ਤੋਂ ਸੁਤੰਤਰ ਹੋ ਕੇ ਵੀ ਕਹਿੰਦੇ ਹਨ। ਕਬ ਜਨਾਨ ਕੋਵਿਦ ਗਾਇੰਤ ਨਿਤਯ ਪ੍ਰਤ। ਹਾਂ, ਤੇਰੀ ਮਹਿਮਾ ਨੂੰ ਕਵੀ ਜਾਨ ਕੋਵਿਦ ਪੰਡਤ ਗਾਇੰਤ ਮੈਨੇ ਗਾਉਂਦੇ ਨੇ ਨਿਤਯ ਪ੍ਰਤੀ। ਨਿਤਯ ਨਵੀਂ ਤੇਰੀ ਮਹਿਮਾ ਤੇਰੀ ਕਥਾ ਕਹਿੰਦੇ ਨੇ। ਨਾਲ ਬੰਤ ਮਰਮੰ। ਹਾਂ, ਤੇਰੇ ਭੇਦ ਨੂੰ ਇੱਕ ਭੇਦ ਨੂੰ ਵੀ ਉਹ ਲੱਭ ਨਹੀਂ ਪਾਉਂਦੇ। ਤੇਰੀ ਵਡਿਆਈ ਕਥਾ ਬਹੁਤ ਕਰਦੇ ਨੇ ਪਰ ਤੇਰੇ ਗੁੱਝੇ ਮਰਮ ਨੂੰ ਉਹ ਨਹੀਂ ਲੱਭ ਪਾਉਂਦੇ। ਏਕ ਜੀਹ ਤਵ ਦਾਸ ਨਾਥੰ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸਰਬਲੋ ਭਗਵਾਨ, ਤੇਰੇ ਦਾਸ ਦੀ ਇੱਕ ਜ਼ੁਬਾਨ ਹੈ। ਹੇ ਨਾਥ, ਤੇਰਾ ਦਾਸ ਗੋਬਿੰਦ ਸਿੰਘ, ਉਹਦੀ ਇੱਕ ਜ਼ੁਬਾਨ ਹੈ। ਕਿਮ ਪਾਰੰਤੀ ਕਥੰਤ ਨਾਮ। ਮਹਾਰਾਜ ਕਲਗੀਧਰ ਜੀ ਕਹਿੰਦੇ, ਹੇ ਸਰਬਲੋ ਭਗਵਾਨ, ਤੇਰੇ ਨਾਮਾਂ ਨੂੰ ਕਹਿ ਕਰਕੇ ਤੇਰਾ ਦਾਸ ਕਿਵੇਂ ਪਾਰੰਤੀ, ਪਾਰ ਅੰਤੀ, ਅੰਤ ਪਾ ਲਵੇ, ਪਾਰ ਪਾ ਲਵੇ ਤੇਰੀ ਮਹਿਮਾ ਦਾ। ਤੇਰੀ ਮਹਿਮਾ ਬੜੀ ਵੱਡੀ ਹੈ। ਕੱਕੇ ਨੂੰ ਸਿਹਾਰੀ ਤੇ ਮੰਮੇ ਦੇ ਪੈਰ 'ਚ ਹਲੰਤ। ਕਿਮ, ਇਸ ਤਰੀਕੇ ਨਾਲ ਇਹਦਾ ਉਚਾਰਨ ਕਰਨਾ ਹੈ। ਪਾਹ ਪਾਹ ਸ਼ਮੋ ਪਰਾਧੰ। ਹਾਂ, ਮੇਰੇ ਅਪਰਾਧ ਨੂੰ ਕਛਮੋ, ਮਾਫ ਕਰ ਦਿਓ। ਤੇ ਪਾ ਪਾ, ਮੈਨੂੰ ਰੱਖ ਲੈਣਾ ਕਰੋ, ਮੈਨੂੰ ਰੱਖ ਲੈਣਾ ਕਰੋ। ਸਰਨਯ 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 ਨਮਾਮਿ ਸੰ। ਹਾਂ, ਮਨ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤਨ ਕਰਕੇ ਬਾਣੀ ਕਰਕੇ ਸ਼ਰਨ ਵਿੱਚ ਹਾਂ। ਨਮਾਮ ਈਸੰ, ਹੇ ਮੇਰੇ ਮਾਲਕ, ਮੈਂ ਤੈਨੂੰ ਮੱਥਾ ਟੇਕਦਾ ਹਾਂ। ਇਹ ਮਹਾਰਾਜ ਕਲਗੀਧਰ ਜੀ ਨੇ ਲਘੂ ਕਵਚ ਉਚਾਰਨ ਕੀਤਾ ਏ। ਇਸ ਤੋਂ ਅੱਗੇ ਗੁਰੂ ਖਾਲਸਾ ਜੀ ਜੋ ਇਹ ਕਵਚ ਮਹਾਰਾਜ ਸਾਹਿਬ ਜੀ ਨੇ ਕਹੇ ਨੇ, ਤੇ ਇਹਨਾਂ ਨੂੰ ਮਹਾਰਾਜ ਬ੍ਰਿਜ ਬੋਲੀ ਵਿੱਚ ਹੁਣ ਕਹਿਣਗੇ। ਇਹ ਕਵਚ ਗੁਰੂ ਖਾਲਸਾ ਜੀ ਪਹਿਲਾਂ ਤੇ ਮਹਾਰਾਜ ਨੇ ਸੰਸਕ੍ਰਿਤ ਬੋਲੀ ਵਿੱਚ ਕਹੇ ਨੇ, ਤੇ ਅੱਗੇ ਮਹਾਰਾਜ ਸਾਹਿਬ ਜੀ ਅਸਤੋਤਰ ਰੂਪ ਦੇ ਵਿੱਚ ਇਹਨਾਂ ਕਵਚਾਂ ਨੂੰ ਸੱਚੇ ਪਾਤਸ਼ਾਹ ਜੀ ਬ੍ਰਿਜ ਬੋਲੀ ਵਿੱਚ ਕਹਿਣਗੇ। ਉਹ ਆਪ ਜੀ ਨੇ ਕੱਲ ਨੂੰ ਸਰਵਣ ਕਰਨਾ ਜੀ। ਏਕ ਜੀਹ ਤਵ ਦਾਸ ਨਾਥੰ, ਕਿਮ ਪਾਰੰਤੀ ਕਥੰਤ ਨਾਮੰ। ਪਾਹ ਪਾਹ ਸ਼ਮੋ ਪਰਾਧੰ, ਸਰਨਯ 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 ਨਮਾਮਿ ਸੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।